ਯੈਸ ਬੇਟੇ, ਸਭ ਤੋਂ ਪਹਿਲਾਂ ਆਪਾਂ ਕੁਲਫੀ ਕਹਾਣੀ ਦੀ ਰਿਵੀਜ਼ਨ ਕਰਦੇ ਹਾਂ। ਕੁਲਫੀ ਕਹਾਣੀ ਸੁਜਾਨ ਸਿੰਘ ਦੀ ਲਿਖੀ ਹੋਈ ਹੈ। ਪ੍ਰਿੰਸੀਪਲ ਸੁਜਾਨ ਸਿੰਘ ਦੀ ਲਿਖੀ ਹੋਈ ਹੈ। ਇਸ ਕਹਾਣੀ ਵਿੱਚ ਲੇਖਕ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਗਰੀਬ ਨੇ, ਮਿਹਨਤੀ ਨੇ, ਉਹਨਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਆਰਥਿਕ ਮੁਸ਼ਕਲਾਂ ਦੇ ਵਿੱਚ ਉਹ ਘਿਰੇ ਹੀ ਰਹਿੰਦੇ ਹੈ। ਉਦੋਂ ਤੱਕ ਨਹੀਂ ਉਹ ਨਿਕਲ ਸਕਦੇ ਜਦ ਤੱਕ ਕਿ ਉਹ ਆਪਣੇ ਹੱਕ ਸਰਮਾਏਦਾਰ ਪੂੰਜੀਪਤੀ ਲੋਕਾਂ ਤੋਂ ਖੋਹ ਨਹੀਂ ਲੈਂਦੇ। ਉਦ ਤੱਕ ਉਹ ਆਪਣੀਆਂ ਮੁਸ਼ਕਲ ਪਰੇਸ਼ਾਨੀਆਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਜਿਵੇਂ ਕਿ ਇਸ ਕਹਾਣੀ ਵਿੱਚ ਆਪਾਂ ਦੇਖਦੇ ਹਾਂ ਕਿ ਬਾਹਰ ਕੁਲਫੀ ਵਾਲੇ ਦਾ ਹੋਕਾ ਆਇਆ ਤਾਂ ਕਹਾਣੀਕਾਰ ਲੇਖਕ ਦਾ ਜਿਹੜਾ ਬੇਟਾ ਹੈ, ਕਾਕਾ ਉਸਦਾ ਨਾਮ ਹੈ ਕਹਾਣੀ ਵਿੱਚ, ਉਹ ਕੁਲਫੀ ਵਾਲੇ ਦੀ ਆਵਾਜ਼ ਸੁਣ ਕੇ ਬਾਹਰ ਨੂੰ ਦੌੜਦਾ ਹੈ ਕੁਲਫੀ ਲੈਣ ਦੇ ਲਈ। ਛੋਟਾ ਕਾਕਾ ਔਰ ਜਗਾ ਕੇ ਆਪਣੇ ਪਿਤਾ ਜੀ ਨੂੰ ਕੀ ਮੰਗਦਾ ਹੈ? ਟੱਕਾ ਮੰਗਦਾ ਹੈ। ਉਹਨੂੰ ਤੋਤਲੀ ਆਵਾਜ਼ 'ਚ ਕਹਿੰਦਾ, ਤੱਕਾ ਚਾਹੀਦਾ ਮੈਨੂੰ, ਤੱਕਾ। ਪਰ ਹੁਣ ਕਹਾਣੀਕਾਰ ਦੀ ਜੇਬ 'ਚ ਤਾਂ ਪੈਸੇ ਹੀ ਹੈ ਨਹੀਂ। ਇਹ ਘਟਨਾ ਹੈ ਜੂਨ ਮਹੀਨੇ ਦੀ 26 ਤਰੀਕ ਦੀ। ਇਹ 1 ਮਾਰਕ ਕੁਐਸਚਨ ਨੋਟ ਕਰ ਲਿਓ ਕਿ ਉਸ ਦੀ ਜੇਬ ਤਾਂ 26 ਤਰੀਕ ਤੱਕ ਖਾਲੀ ਹੋ ਗਈ ਹੋਈ ਹੈ। ਉਹ ਕਿੱਥੋਂ ਦੇਵੇ ਤੱਕਾ ਕਾਕੇ ਨੂੰ? ਹੁਣ ਉਹ ਕਹਿੰਦਾ ਕਿ ਮੈਂ ਕੁਲਫੀ ਖਾਣੀ ਹੈ। ਹੁਣ ਉਹਨੂੰ ਕਿਸੇ ਨਾ ਕਿਸੇ ਆਨੇ ਬਹਾਨੇ ਰੋਕਿਆ ਹੈ ਕਿ ਨਹੀਂ, ਕੁਲਫੀ ਨਹੀਂ ਖਾਣੀ। ਉਹਨੂੰ ਦਬਕੇ ਨਾਲ ਚੁੱਪ ਕਰਵਾ ਦਿੱਤਾ ਹੈ। ਉਸ ਤੋਂ ਬਾਅਦ ਤੇ ਕੀ ਦਬਕੇ ਨਾਲ ਚੁੱਪ ਕਰਾਇਆ ਕਿ ਅਗਲੇ ਦਿਨ ਉਹਨੂੰ ਕੁਲਫੀ ਖਵਾਈ ਜਾਏਗੀ। ਇਕਰਾਰ ਕਰ ਦਿੱਤਾ, ਵਾਅਦਾ ਕਰ ਦਿੱਤਾ। ਅਗਲੇ ਦਿਨ ਫਿਰ ਉਹਨੇ ਮੁਰਮੁਰਾ ਮੰਗਿਆ। ਮੁਰਮੁਰਾ ਦਾ ਵੀ ਕੀ ਬਹਾਨਾ ਕਰ ਦਿੱਤਾ ਕਿ ਖੰਘ ਲੱਗ ਜਾਂਦੀ ਹੈ। ਮੁਰਮੁਰਾ ਖਾਣ ਨਾਲ ਕਿਹੜੀ ਬਿਮਾਰੀ ਲੱਗਦੀ? ਖੰਘ ਦੀ ਬਿਮਾਰੀ। ਉਹਨੂੰ ਚੁੱਪ ਕਰਕੇ ਸਵਾ ਦਿੱਤਾ। ਫਿਰ ਹੁਣ ਇਸ ਹਾਲਤ ਵਿੱਚ ਕਹਾਣੀਕਾਰ ਲੇਖਕ ਸੋਚਦਾ ਹੈ। ਪਹਿਲਾਂ ਤਾਂ ਉਦੋਂ ਸੋਚਦਾ ਜਦੋਂ ਜਿਹੜਾ ਕੁਲਫੀ ਵਾਲਾ ਹੋਕਾ ਦਿੰਦਾ ਹੈ, ਉਦੋਂ ਸੋਚਦਾ ਉਹਦੀਆਂ ਅੱਖਾਂ ਦੇ ਸਾਹਮਣੇ ਚਿੱਟੀ ਦੁੱਧ ਮਲਾਈ ਵਾਲੀ ਕੁਲਫੀ ਚਮਕ ਮਾਰਦੀ ਹੈ। ਪਰ ਉਹ ਆਰਥਿਕ ਤੰਗੀ ਦੇ ਕਾਰਨ ਆਪਣੇ ਕਾਕੇ ਨੂੰ ਕੁਲਫੀ ਦੇਣ ਤੋਂ ਅਸਮਰੱਥ ਹੈ, ਕਿਉਂਕਿ ਉਸਦੀ ਤਨਖਾਹ ਤਾਂ ਪਹਿਲੇ 15 ਦਿਨਾਂ 'ਚ ਹੀ ਪੂਰੀ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਤੇ ਉਸਨੂੰ ਇਹ ਪੈਸੇ ਦੀ ਤੰਗੀ ਕਿਹਦੇ ਤੋਂ ਵੀ ਭੈੜੀ ਲੱਗਦੀ ਹੈ? ਹਵਾਲਾਤ ਤੋਂ ਵੀ ਭੈੜੀ ਲੱਗਦੀ ਹੈ ਪੈਸੇ ਦੀ ਤੰਗੀ। ਇਹ ਸਾਰੇ 1 ਮਾਰਕ ਕੁਐਸਚਨਸ ਲਰਨ ਕਰਨੇ ਹਨ। ਕਹਾਣੀ ਵਿੱਚੋਂ 1 ਮਾਰਕ ਕੁਐਸਚਨ ਤੇ 2 ਮਾਰਕਸ ਕੁਐਸਚਨ ਆਣੇ ਹਨ ਔਰ 2 ਦੀ ਪੁਆਇੰਟ ਆਂਸਰ ਦੇਣਾ। 3 ਲਾਈਨਾਂ ਤੋਂ ਵੱਧ ਆਂਸਰ ਨਹੀਂ ਦੇਣਾ। ਵਰਡਸ ਐਕਸੀਡ ਨਹੀਂ ਕਰਨੇ ਹਨ। ਕਹਾਣੀ ਚੋਂ ਵੱਡੇ ਪ੍ਰਸ਼ਨ ਨਹੀਂ ਆਣੇ। 2 ਮਾਰਕਸ ਵਾਲੇ ਆਣੇ ਹਨ ਤੇ 1 ਮਾਰਕਸ ਦੇ। ਫਿਰ ਲੇਖਕ ਤਾਂ ਜਦੋਂ ਕਾਕਾ ਤੱਕਾ ਮੰਗਦਾ ਹੈ, ਪਰ ਲੇਖਕ ਕੀ ਹੈ, ਉਸਨੂੰ ਵੱਖਰੇ ਵੱਖਰੇ ਬਹਾਨੇ ਕਰਕੇ ਉਸਨੂੰ ਤੱਕਾ ਨਹੀਂ ਦੇਣਾ ਚਾਹੁੰਦਾ। ਉਹਨੂੰ ਕਦੀ ਮੁਰਮੁਰੇ ਲਈ ਬਹਾਨਾ ਕਰਦਾ ਕਿ ਖੰਘ ਲੱਗ ਜਾਂਦੀ ਹੈ। ਉਸ ਦੀ ਹਰ ਗੱਲ ਨੂੰ ਰੱਦ ਕੀਤਾ ਜਾਂਦਾ ਹੈ। ਹੁਣ ਫਿਰ ਸੋਚਦਾ ਹੈ ਕਿ ਮੈਂ ਕਿਸੇ ਸਾਥੀ ਕੋਲੋਂ ਨਾ ਪੈਸੇ ਮੰਗ ਲਵਾਂ। ਉਹਨੂੰ ਜਦੋਂ ਚੁੱਪ ਕਰਕੇ ਸਵਾ ਦਿੱਤਾ ਤੇ ਬਾਅਦ ਵਿੱਚ ਉਹ ਬਾਹਰ ਘੁੰਮਦਾ ਫਿਰਦਾ ਹੈ ਕਿ ਕਾਕਾ ਸੋ ਗਿਆ, ਕਿ ਰਾਤ ਨੂੰ ਜਦੋਂ ਗਈ ਰਾਤ ਨੂੰ ਉਹ ਪਹੁੰਚੇਗਾ ਘਰ, ਉਦੋਂ ਤੱਕ ਉਹਦੀ ਜ਼ਿੱਦ ਹੈ ਜਿਹੜੀ ਖਤਮ ਵੀ ਹੋ ਜਾਏਗੀ। ਸੋਚਦਾ ਕਿ ਉਹ ਆਪਣੇ ਕਿਸੇ ਸਾਥੀ ਤੋਂ ਪੈਸੇ ਮੰਗ ਲਏ। ਫਿਰ ਸੋਚਦਾ ਕਿਸੇ ਆਪਣੇ ਮਾਲਕ ਨੂੰ ਕਵੇ ਕਿ ਮੇਰਾ ਇੰਨਾ ਪੈਸਿਆਂ ਨਾਲ ਗੁਜ਼ਾਰਾ ਨਹੀਂ ਹੁੰਦਾ, ਮੇਰੀ ਤਨਖਾਹ ਵਧਾ ਦਿੱਤੀ ਜਾਵੇ। ਪਰ ਇਸ ਗੱਲ ਤੋਂ ਡਰਦਾ ਕਿਸੇ ਨੇ ਮੇਰੀ ਨਹੀਂ ਸੁਣਨੀ, ਕਿਉਂਕਿ ਇਹ ਲੋਕ ਸੁਣਨ ਵਾਲੇ ਨਹੀਂ ਹਨ। ਜੇ ਮੈਂ ਆਪਣੇ ਸਾਥੀਆਂ ਨੂੰ ਵੀ ਨਾ ਲਿਆ ਤਾਂ ਕਿਸੇ ਨੇ ਮੇਰਾ ਸਾਥ ਨਹੀਂ ਦੇਣਾ। ਫਿਰ ਉਹਨੂੰ ਇਹ ਵੀ ਡਰ ਹੈ ਕਿ ਜੇ ਮੈਂ ਆਪਣੇ ਸਾਥੀਆਂ ਦੇ ਨਾਲ ਮੰਗ ਕੀਤੀ, ਕੀ ਪਤਾ ਮੈਨੂੰ ਨੌਕਰੀ ਤੋਂ ਹੀ ਜਵਾਬ ਮਿਲ ਜਾਏ। ਉਹਨੂੰ ਭਵਿੱਖ ਵਿੱਚ ਬੇਰੁਜ਼ਗਾਰੀ ਦਾ ਡਰ ਵੀ ਤੰਗ ਕਰ ਰਿਹਾ ਹੈ। ਇਸ ਕਰਕੇ ਆਪਣੇ ਮਾਲਕ ਤੋਂ ਮੰਗਦਾ ਨਹੀਂ ਹੈ। ਘਰ ਆਂਦਾ, ਦੱਬੇ ਪੈਰੀ ਘਰ ਆਉਂਦਾ ਹੈ। ਆ ਕੇ ਦੇਖਦਾ ਕਾਕਾ ਸੁੱਤਾ ਪਿਆ ਪਰ ਕੀ ਦੇਖਦਾ ਹੈ ਕਿ ਕਾਕਾ ਨੀਂਦ ਵਿੱਚ ਵੀ ਬੁੜਬੁੜਾਈ ਜਾ ਰਿਹਾ ਹੈ। ਕੀ ਬੁੜਬੁੜਾ ਰਿਹਾ ਹੈ? ਕੁਫੀ ਕੁਫੀ, ਤੋਤਲੀ ਆਵਾਜ਼ ਵਿੱਚ। 3 ਸਾਲਾਂ ਦਾ ਬੱਚਾ ਹੈ। ਕੁਫੀ ਕੁਫੀ, ਅਚੇਤ ਮਨ ਵਿੱਚ। ਅਚੇਤ ਮਨ ਵਿੱਚ ਹੀ ਮੀਨਸ ਉਹਦੀ ਜਿਹੜੀ ਅਪੂਰਨ ਇੱਛਾ ਹੈ ਉਸਦੇ ਮਨ ਤੇ ਇੰਨੀ ਭਾਰੂ ਹੋ ਗਈ ਹੈ ਕਿ ਉਹ ਨੀਂਦ ਵਿੱਚ ਵੀ ਕੁਲਫੀ ਕੁਲਫੀ ਬੁੜਬੁੜਾਈ ਜਾ ਰਿਹਾ ਹੈ। ਇਸੇ ਦੌਰਾਨ ਲੇਖਕ ਸੋਚਦਾ ਹੈ ਕਿ ਇੱਕ ਮੇਰੇ ਪਿਤਾ ਜੀ ਦਾ ਸਮਾਂ ਸੀ ਸੰਸਾਰ ਜੰਗ ਤੋਂ ਪਹਿਲਾਂ, ਕਿ ਜਦੋਂ ਘੱਟ ਪੜ੍ਹੇ ਲਿਖੇ, ਸਾਦਾ ਮੁਰਾਦਾ ਜੀਵਨ, ਧੇਲਿਆਂ ਤੇ ਆਨਿਆਂ ਦੀ ਕੀਮਤ ਪੈਂਦੀ ਸੀ। ਧੇਲੇ ਦੇ ਤਾਂ ਉਹ ਆ ਜਾਂਦੇ ਸੀਗੇ ਛੋਲੇ, ਕਿਹਦੇ ਤੋਂ ਲੈਂਦੇ ਸੀ? ਮਸੰਦੀ ਰਾਮ ਤੋਂ। ਨਾਮ ਆਇਆ ਮਸੰਦੀ ਰਾਮ ਤੋਂ। ਲੇਖਕ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਦਾ, ਆਪਣੇ ਪਿਤਾ ਜੀ ਦੇ ਸਮੇਂ ਨੂੰ। ਤੇ ਅੱਜ ਅਸੀਂ ਇੰਨੇ ਪੜ੍ਹੇ ਲਿਖੇ ਹਾਂ, ਪੜ੍ਹੇ ਲਿਖੇ ਹੋ ਕੇ ਸਾਡੀ ਯੋਗਤਾ ਦਾ ਮੁੱਲ ਹੀ ਨਹੀਂ ਪੈ ਰਿਹਾ। ਤਨਖਾਹਾਂ ਹੀ ਨਹੀਂ ਮਿਲ ਰਹੀਆਂ, ਜਿੰਨੀਆਂ ਮਿਲਦੀਆਂ ਨੇ ਘੱਟ ਨੇ, ਜਿਹਦੇ ਨਾਲ ਇੰਨੀ ਮਹਿੰਗਾਈ ਵਧੀ ਹੋਈ ਹੈ।
ਜੰਗ ਤੋਂ ਬਾਅਦ ਕਿ ਗੁਜ਼ਾਰਾ ਹੋਣਾ ਹੀ ਮੁਸ਼ਕਿਲ ਹੈ। ਕਰੇ ਤਾਂ ਕੋਈ ਕੀ ਕਰੇ। ਹੁਣ ਦੇਖਦਾ ਹੈ ਕਿ ਜਦੋਂ ਕਾਕਾ ਬੁੜਬੁੜਾ ਰਿਹਾ ਹੈ ਤੇ ਹੁਣ ਕਾਕਾ ਬੁੜਬੁੜਾਉਂਦਾ ਹੋਇਆ ਉਹਦੀ ਸਵੇਰੇ ਉੱਠਿਆ, ਉਹਨੇ ਕੁਛ ਨਹੀਂ ਮੰਗਿਆ। ਬੁੜਬੁੜਾਉਂਦੇ ਹੋਏ ਦੀ ਜਾਗ ਸਵੇਰੇ ਉੱਠਦਿਆਂ ਹੀ ਖੁੱਲੀ ਹੈ, ਕੁਛ ਨਹੀਂ ਮੰਗਿਆ। ਕਿਹਦੇ ਨਾਲ ਖੇਡਣ ਲੱਗ ਪਿਆ? ਗੇਂਦ ਦੇ ਨਾਲ। ਪੁਰਾਣੀ ਰਬੜ ਦੀ ਗੇਂਦ ਨਾਲ ਖੇਡਣ ਲੱਗਿਆ। ਰਬੜ ਦੀ ਜਿਹੜੀ ਕੀ ਹੈ, ਕੁਛ ਕਹਾਣੀ ਦੇ ਵਿੱਚ ਜਸਟ ਵੇਟ, ਇੱਕ ਵਰਡ ਆਇਆ, ਕਿਹਦੇ ਨਾਲ ਖੇਡਦਾ ਹੈ ਉਹ? ਬੱਤਖ। ਹਾਂ, ਬੱਤਖ ਨਾਲ। ਵੈਰੀ ਗੁੱਡ। ਇਹਦਾ ਮਤਲਬ ਕਹਾਣੀ ਤੁਸੀਂ ਪੜ੍ਹੀ ਹੈ ਅੱਛੀ ਤਰ੍ਹਾਂ। ਬੱਤਖ, ਹਾਂ, ਬੱਤਖ ਸੁੱਟ ਕੇ ਖੜਾ ਹੋ ਗਿਆ ਜਦੋਂ ਉਹਨੇ ਕੁਲਫੀ ਵਾਲੇ ਦੀ ਆਵਾਜ਼ ਸੁਣੀ ਹੈ। ਬੱਤਖ ਪਰੇ ਸੁੱਟੀ ਹੈ ਤੇ ਕੁਲਫੀ ਵਾਲੇ ਦੀ ਆਵਾਜ਼ ਸੁਣ ਕੇ ਦਰਵਾਜ਼ੇ ਤੱਕ ਗਿਆ। ਤੇ ਹੁਣ ਦਰਵਾਜ਼ੇ ਤੱਕ ਜਦੋਂ ਗਿਆ ਤੇ ਲੇਖਕ ਵੀ ਉੱਲੇ ਹੋ ਕੇ ਦੇਖਦਾ ਕਿ ਕੀ ਕਰਦਾ। ਹੁਣ ਅੰਦਰ ਕੀ ਹੈ? ਕੁਲਫੀ ਖਾਣ ਦੀ ਇੱਛਾ ਵੀ ਹੈ। ਹੁਣ ਕਰੇ ਤਾਂ ਕੀ ਕਰੇ? ਆਪਣੇ ਪਿਤਾ ਜੀ ਨੂੰ ਕਹਿੰਦਾ ਨਹੀਂ ਹੈ। ਕੀ ਕੀਤਾ? ਜਦੋਂ ਕੁਲਫੀ ਵਾਲੇ ਕੋਲ ਕੌਣ ਗਿਆ? ਸ਼ਾਹਾਂ ਦਾ ਮੁੰਡਾ ਕੁਲਫੀ ਲੈਣ ਲਈ ਖੜਾ ਹੈ। ਸ਼ਾਹਾਂ ਦੇ ਮੁੰਡੇ ਦਾ ਨਾਮ ਆਇਆ ਬੁੱਲੀ। ਉਸ ਦੀ ਉਮਰ ਹੈ 8 ਸਾਲ ਦੀ, 8 ਸਾਲ ਦੇ ਕਰੀਬ। ਇਹ ਉਸ ਤੋਂ ਕਿੰਨੇ ਸਾਲ ਛੋਟਾ ਹੈ? 3 ਸਾਲ। ਮੀਨਜ਼ ਇਹ ਕਿੰਨੇ ਵਰਿਆਂ ਦਾ ਹੋਇਆ? 5 ਵਰਿਆਂ ਦਾ। 3 ਸਾਲ ਛੋਟਾ ਹੈ ਉਸ ਤੋਂ ਤਕਰੀਬਨ। ਹੁਣ ਇਹਦੇ ਮਨ ਵਿੱਚ ਵਿਦਰੋਹ ਦੀ ਭਾਵਨਾ ਜਾਗੀ। ਦੇਖ ਲਓ, ਸਵੈਮਾਨ ਜਾਗਿਆ ਕਿ ਗਿਆ। ਉਹਨੂੰ ਧੁੱਸ ਦੇ ਕੇ ਠੁੱਡ ਮਾਰਿਆ ਤੇ ਉਹਨੂੰ ਵਗਾ ਕੇ ਕਿੱਥੇ ਸੁੱਟ ਦਿੱਤਾ? ਮੋਰੀ ਵਿੱਚ, ਨਾਲੀ ਵਿੱਚ। ਜਿਹੜੇ ਮੁਹੱਲਿਆਂ ਵਿੱਚ, ਗਲੀਆਂ ਵਿੱਚ ਨਾਲੀਆਂ ਬਣੀਆਂ ਹੁੰਦੀਆਂ ਪਾਣੀ ਦੇ ਵਹਾਅ ਲਈ, ਪਾਣੀ ਦੇ ਨਿਕਾਸ ਲਈ। ਹੁਣ ਉਸ ਸਮੇਂ ਕੌਣ ਉਹਨੂੰ ਚਪੇੜ ਮਾਰਨ ਲਈ ਉੱਠਿਆ? ਅੱਗੇ ਵਧਿਆ ਕੁਲਫੀ ਵਾਲਾ। ਪਰ ਰੋਕਿਆ ਕਿੰਨੇ ਆ ਕੇ? ਲੇਖਕ ਨੇ। ਉਸ ਤੋਂ ਬਰਦਾਸ਼ਤ ਨਹੀਂ। ਉਸ ਤਾਂ ਲੱਗਿਆ ਕਿ ਅੱਜ ਉਸ ਦਾ ਪੁੱਤਰ ਹੈ ਜਿਹੜਾ, ਮੈਂ ਜੋ ਕੰਮ ਨਹੀਂ ਕਰ ਸਕਿਆ, ਮੈਂ ਕਾਇਰਤਾ ਦਿਖਾਉਂਦਾ ਰਿਹਾ। ਕਾਇਰਤਾ ਕਿੱਥੇ ਦਿਖਾਈ ਉਹਨੇ? ਆਪਣੇ ਮਾਲਕ ਤੋਂ ਪੈਸੇ ਵਧਾਉਣ ਦੀ ਗੱਲ ਹੀ ਨਹੀਂ ਕੀਤੀ। ਇਹ ਕਾਇਰਤਾ ਨਹੀਂ ਤੇ ਹੋਰ ਕੀ ਹੈ? ਜਦੋਂ ਮਾਲਕ ਨੂੰ ਉਹ ਪੈਸੇ ਵਧਾਉਣ ਦੀ, ਆਪਣਾ ਹੱਕ ਮੰਗਣ ਦੀ ਗੱਲ ਹੀ ਨਹੀਂ ਕਰ ਸਕਦਾ, ਉਹ ਕਾਇਰ ਹੀ ਹੁੰਦਾ ਨਾ ਇਨਸਾਨ। ਕਿਉਂਕਿ ਅਸੀਂ ਅਜਿਹੇ ਸਰਮਾਏਦਾਰ ਲੋਕਾਂ ਦੇ, ਪੂੰਜੀਪਤੀ ਲੋਕਾਂ ਦੇ ਭਾਰ ਹੇਠ ਦੱਬੇ ਗਏ ਹਾਂ। ਉਹਨਾਂ ਦੇ ਰੋਹਬ ਹੇਠ, ਉਹਨਾਂ ਦੇ ਪੈਸੇ ਹੇਠ, ਧਨ ਕੁਬੇਰਾਂ ਦੇ ਪੈਸੇ ਹੇਠ ਦੱਬੇ ਗਏ ਹਾਂ ਕਿ ਅਸੀਂ ਆਪਣੀ ਹੱਕ ਵੀ ਮੰਗ ਨਹੀਂ ਸਕਦੇ। ਹੁਣ ਉਹ ਜਦੋਂ ਦੇਖਦਾ ਕਿ ਉਹਦੇ ਕਾਕੇ ਨੇ ਠੁੱਡ ਮਾਰ ਕੇ ਉਹਨੂੰ ਨਾਲੀ 'ਚ ਵਗਾ ਕੇ ਮਾਰਿਆ, ਕੁਲਫੀ ਹੋ ਗਈ, ਕੁਲਫੀ ਦੀ ਪਲੇਟ ਹੋ ਗਈ, ਤੇ ਉਹ ਫਿਰ ਉਹ ਉੱਠਿਆ, ਫਿਰ ਉਹਨੂੰ ਧੱਕਾ ਮਾਰ ਕੇ ਗੇਰ ਦਿੱਤਾ। ਹੁਣ ਜਿਹੜੀ ਸ਼ਾਹਣੀ ਹੈ, ਸ਼ਾਹ ਦਾ ਲਿੰਗ ਬਦਲ ਹੁੰਦਾ ਸ਼ਾਹਣੀ। ਸ਼ਾਹਣੀ ਹੁਣ ਉਲਾਂਭਾ ਲੈ ਕੇ ਆਈ ਹੈ, ਸ਼ਿਕਾਇਤ ਲੈ ਕੇ ਆਈ ਹੈ। ਕਿਹਦੇ ਕੋਲ? ਲੇਖਕ ਦੀ ਪਤਨੀ ਦੇ ਕੋਲ। ਕਿਹਾ ਦੇਖੋ ਤੁਹਾਡੇ ਮੁੰਡੇ ਨੇ ਕੀ ਕੀਤਾ। ਤਾਂ ਉਹਨੇ ਕਿਹਾ, ਤੇ ਉਹ ਜਿਹੜੀ ਸ਼ਾਹਣੀ ਹੈ ਉਹ ਆਪਣੇ ਮੁੰਡੇ ਨੂੰ ਮਾਰਨ ਲਈ ਅੱਗੇ ਵਧੀ ਕਿ ਤੂੰ ਕੀ ਸਾਡੇ ਘਰ ਉਲਾਂਭੇ ਲੈ ਕੇ ਆਉਣ ਲੱਗ ਗਿਆ। ਪਰ ਉਸ ਸਮੇਂ ਲੇਖਕ ਦੀ ਆਤਮਾ ਵੀ, ਦੱਬੀ ਹੋਈ ਆਤਮਾ ਵੀ ਜਾਗ ਉੱਠਦੀ ਹੈ। ਕਹਿੰਦਾ ਸ਼ੁਦੈਣੇ, ਅੱਜ ਤੂੰ ਕੁਛ ਵੰਡਣਾ ਚਾਹੀਦਾ ਤੈਨੂੰ ਕਿ ਤੇਰੇ ਘਰ ਇੱਕ ਕਾਇਰ ਪਿਓ ਦੇ ਘਰ ਇੱਕ ਬਹਾਦਰ ਮੁੰਡਾ ਜੰਮਿਆ ਕਿ ਜੋ ਕੰਮ ਮੈਂ ਨਹੀਂ ਕਰ ਦਿਖਾਇਆ, ਮੈਂ ਸਾਰੀ ਜ਼ਿੰਦਗੀ ਕਾਇਰਤਾ ਵਿੱਚ, ਡਰਪੋਕ ਡਰ ਵਿੱਚ ਬਿਤਾ ਦਿੱਤੀ। ਜੇਕਰ ਸਾਡੇ ਕਾਕੇ ਵਰਗੇ ਆਪਣੇ ਆਉਣ ਵਾਲੇ ਸਮੇਂ ਵਿੱਚ ਜਾਗਰੂਕ ਹੋਣਗੇ ਆਪਣੇ ਹੱਕਾਂ ਪ੍ਰਤੀ, ਤਾਂ ਆਪਣੇ ਹੱਕ ਖੋਹ ਹੀ ਲੈਣਗੇ। ਤਾਂ ਹੀ ਸਾਡੀਆਂ ਗਰੀਬਾਂ ਦੀਆਂ ਆਰਥਿਕ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਨੇ। ਸਾਡੀਆਂ ਮੁਸ਼ਕਲਾਂ ਦਾ ਹੱਲ ਇਹ ਹੈ ਕਿ ਸਾਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣਾ ਪੈਣਾ। ਇਸ ਕੁਲਫੀ ਕਹਾਣੀ ਲਈ ਜਿੱਥੇ ਗਰੀਬ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਜ਼ਿਕਰ ਕੀਤਾ, ਉੱਥੇ ਗਰੀਬ ਲੋਕਾਂ ਦੇ ਅੰਦਰ ਕਾਕੇ ਦੇ ਪਾਤਰ ਰਾਹੀਂ ਸਵੈਮਾਨ, ਵੀਰਤਾ, ਦਲੇਰੀ ਦਿਖਾ ਕੇ ਸਾਡੇ ਅੰਦਰ ਆਪਣੇ ਹੱਕਾਂ ਪ੍ਰਤੀ ਸਾਡੀ ਸੋਚ ਨੂੰ ਵੰਗਾਰਿਆ, ਜਾਗਰੂਕਤਾ ਪੈਦਾ ਕੀਤੀ ਹੈ। ਕਲੀਅਰ ਹੈ ਬੇਟੇ ਕਹਾਣੀ? ਹੁਣ ਕੁਐਸਚਨ ਆਨਸਰ ਵੀ ਸਮਝ ਲਓ ਇੱਕ ਵਾਰੀ। ਜਿਹੜੇ 2 ਮਾਰਕਸ ਕੁਐਸਚਨ ਨੇ ਉਹ ਸਮਝ ਲਓ। 1 ਮਾਰਕ ਕੁਐਸਚਨ ਤਾਂ ਤੁਸੀਂ ਪੂਰੀ ਕਹਾਣੀ ਇੱਕ ਵਾਰੀ ਫਿਰ ਥੋਰਲੀ ਰੀਡ ਕਰਨਾ, ਤੁਹਾਨੂੰ ਆ ਜਾਣਗੇ। ਪਹਿਲਾ ਕੁਐਸਚਨ ਹੈ, ਕੁਲਫੀ ਵਾਲੇ ਦਾ ਹੁੱਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ? ਕੁਲਫੀ ਵਾਲੇ ਦਾ ਹੁੱਕਾ ਸੁਣ ਕੇ ਲੇਖਕ ਦੇ ਮਨ ਅੱਗੇ ਵੀ ਕਿਹੜੀ ਕੁਲਫੀ? ਚਿੱਟੀ ਦੁੱਧ ਕੁਲਫੀ ਚਮਕਣ ਲੱਗ ਪਈ। ਉਸਦੇ ਮੂੰਹ ਵਿੱਚ ਵੀ ਪਾਣੀ ਆ ਗਿਆ। ਪਰ ਆਪਣੀ ਆਰਥਿਕ ਪਰੇਸ਼ਾਨੀ, ਆਪਣੀ ਘਰ ਦੀ ਮੰਦਹਾਲੀ ਹਾਲਤ
ਕਰਕੇ ਉਹ ਕੁਲਫੀ ਲੈ ਕੇ ਦੇਣ ਤੋਂ ਆਪਣੇ ਕਾਕੇ ਨੂੰ ਅਸਮਰੱਥ ਸੀ, ਕਿਉਂਕਿ ਜਿਹੜੀ ਉਹਨੂੰ ਤਨਖਾਹ ਮਿਲਦੀ ਸੀ ਉਹ ਤਾਂ ਪਹਿਲੇ 15 ਦਿਨਾਂ ਵਿੱਚ ਹੀ ਮੁੱਕ ਜਾਂਦੀ ਸੀ। ਇਸ ਕਰਕੇ ਉਹਨੂੰ ਪੈਸੇ ਦੀ ਤੰਗੀ, ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਜਾਪਦੀ ਹੈ। ਇਹ 3 ਲਾਈਨਾਂ ਤੁਸੀਂ ਲਿਖਣੀਆਂ। ਸੈਕਿੰਡ ਕੁਐਸਚਨ, ਤੁਸੀਂ ਧੱਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਖੰਘ ਖੁੰਘ। ਕਾਕੇ ਦੇ ਇੰਨੇ ਸ਼ਬਦਾਂ ਤੋਂ ਕੀ ਭਾਵ ਹੈ? ਕਾਕੇ ਦੇ ਇਹਨਾਂ ਸ਼ਬਦਾਂ ਤੋਂ ਭਾਵ ਹੈ ਕਿ ਉਹਨੂੰ ਪਤਾ ਹੈ ਕਿ ਉਸਦੇ ਪਿਤਾ ਜੀ, ਬ੍ਰੈਕਟ ਵਿੱਚ ਮੈਂ ਪਾਤਰ ਲੇਖਕ, ਆਪਣੇ ਕਾਕੇ ਨੂੰ ਕੁਲਫੀ ਲੈ ਕੇ ਦੇਣ ਤੋਂ ਆਨੇ ਬਹਾਨੇ ਕਰ ਰਹੇ ਨੇ ਤੇ ਉਹਨੂੰ ਕਹਿੰਦੇ ਆ ਕਿ ਤੈਨੂੰ ਧੱਕਾ ਨਹੀਂ ਮਿਲ ਸਕਦਾ, ਕਿ ਅਗਲੇ ਦਿਨ ਕੁਲਫੀ ਦੇਣ ਦਾ ਇਕਰਾਰ ਕਰਦੇ ਨੇ। ਫਿਰ ਕੀ ਜੇ ਉਹ ਮੁਰਮੁਰਾ ਮੰਗਦਾ ਹੈ, ਮੁਰਮੁਰਾ ਲੈਣ ਲਈ ਧੱਕਾ ਮੰਗਦਾ ਹੈ, ਤਾਂ ਉਸਨੂੰ ਇਹ ਬਹਾਨਾ ਕਰਦੇ ਨੇ ਕਿ ਮੁਰਮੁਰਾ ਖਾਣ ਨਾਲ ਖੰਘ ਲੱਗ ਜਾਂਦੀ ਹੈ। ਇਹਦਾ ਮਤਲਬ ਉਸਦੀ ਕਾਕੇ ਦੀ ਹਰ ਗੱਲ ਨੂੰ ਇਸ ਕਰਕੇ ਰੱਦ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਕੋਲ ਧੱਕਾ ਦੇਣ ਲਈ ਹੈ ਹੀ ਨਹੀਂ ਹੈ, ਉਹਨਾਂ ਦੇ ਪੈਸੇ ਖਤਮ ਹੋ ਚੁੱਕੇ ਹਨ। ਨੈਕਸਟ ਕੁਐਸਚਨ, ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਹੈ? ਜਦੋਂ ਆਪਣੇ ਘਰ ਦੀ ਪਰੇਸ਼ਾਨੀ ਨੂੰ ਦੇਖਦਾ ਹੈ, ਘਰ ਦੀ ਮਾੜੀ ਹਾਲਤ ਨੂੰ ਦੇਖਦਾ ਹੈ ਤੇ ਆਪਣੇ ਕਾਕੇ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦਾ, ਤਾਂ ਉਹ ਸੋਚਦਾ ਹੈ ਕਿ ਇੱਕ ਉਹ ਸਮਾਂ ਸੀ ਸੰਸਾਰ ਜੰਗ ਤੋਂ ਪਹਿਲਾਂ, ਜਦੋਂ ਧੇਲੇ ਦਾ ਵੀ ਮੁੱਲ ਪੈਂਦਾ ਸੀ, ਧੇਲੇ ਦੇ ਹੀ ਛੋਲੇ ਆ ਜਾਂਦੇ ਸਨ ਖਾਣ ਲਈ ਤੇ ਮੁੱਕਣ ਵਿੱਚ ਨਹੀਂ ਸਨ ਆਉਂਦੇ। ਤੇ ਹੁਣ ਅੱਜ ਲੋਕ ਇੰਨੇ ਪੜ੍ਹੇ ਲਿਖੇ ਹਨ ਪਰ ਉਹਨਾਂ ਨੂੰ ਤਨਖਾਹਾਂ ਪੜ੍ਹਾਈ ਲਿਖਾਈ ਦੇ ਅਨੁਸਾਰ ਨਹੀਂ ਮਿਲਦੀਆਂ, ਜਿਸ ਕਰਕੇ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਇਸ ਦਾ ਕਾਰਨ ਉਹ ਇਹ ਸਮਝਦਾ ਹੈ ਕਿਉਂਕਿ ਸਾਡੀ ਜਿਹੜੀ ਮਿਹਨਤ ਹੈ, ਸਾਡੇ ਦੇਸ਼ ਦੀ ਜਿਹੜੀ ਆਰਥਿਕਤਾ ਹੈ, ਉਸ ਦੇ ਉੱਤੇ ਕਿਹਦਾ ਕਬਜ਼ਾ ਕੀਤਾ ਹੋਇਆ? ਕਿਹਨਾਂ ਨੇ? ਸਰਮਾਏਦਾਰਾਂ ਨੇ, ਪੂੰਜੀਪਤੀਆਂ ਨੇ, ਧਨ ਕੁਬੇਰਾਂ ਨੇ। ਇਹ ਲੈਸਨ ਦੇ ਵਿੱਚ ਨਾਮ ਆਇਆ, ਧਨ ਕੁਬੇਰਾਂ ਨੇ ਇਹਨਾਂ ਤੇ ਕਬਜ਼ਾ ਕੀਤਾ ਹੋਇਆ। ਨੈਕਸਟ ਕੁਐਸਚਨ, ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਕਰਨ ਤੋਂ ਸੰਕੋਚ ਕਿਉਂ ਕਰ ਰਿਹਾ ਸੀ? ਹੁਣ ਜਦੋਂ ਲੇਖਕ ਆਪਣੇ ਕਾਕੇ ਦੀ ਕੁਲਫੀ ਦੀ ਇੱਛਾ ਪੂਰੀ ਨਹੀਂ ਕਰ ਸਕਦਾ ਤਾਂ ਉਹ ਸਮਝਦਾ ਹੈ, ਉਹ ਸੋਚਦਾ ਹੈ ਕਿ ਮੈਂ ਆਪਣੇ ਮਾਲਕ ਨੂੰ ਕਹਿ ਕੇ ਨਾ ਆਪਣੀ ਤਨਖਾਹ ਵਧਾਉਣੀ ਚਾਹੀਦੀ ਹੈ। ਪਰ ਫਿਰ ਉਹ ਸੋਚਦਾ ਹੈ ਜੇਕਰ ਉਸਨੇ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਦੀ ਗੱਲ ਕੀਤੀ, ਕੀ ਪਤਾ ਉਹ ਉਸ ਦੀ ਤਨਖਾਹ ਨਾ ਵਧਾਏ, ਉਸ ਨੂੰ ਜਵਾਬ ਹੀ ਮਿਲ ਜਾਏ, ਉੱਥੇ ਉਸਦੀ ਕਿਸੇ ਨੇ ਨਹੀਂ ਸੁਣਨੀ। ਜੇਕਰ ਉਸਨੇ ਆਪਣੇ ਸਾਥੀਆਂ ਨੂੰ ਵੀ ਕਿਹਾ ਕਿ ਉਸਦਾ ਸਾਥ ਦਿੱਤਾ ਜਾਏ, ਸਾਥੀਆਂ ਨੇ ਵੀ ਨਹੀਂ ਉਸਦੀ ਕੋਈ ਗੱਲ ਸੁਣਨੀ। ਤੇ ਜੇਕਰ ਉਹ ਆਪਣੇ ਸਾਥੀਆਂ ਨਾਲ ਆਪਣੀ ਤਨਖਾਹ ਵਧਾਉਣ ਦੀ ਮੰਗ ਕਰਨ ਲਈ ਉਹ ਮਾਲਕ ਦੇ ਅੱਗੇ ਗਿਆ ਤਾਂ ਮਾਲਕ ਕਿਤੇ ਉਸਨੂੰ ਨੌਕਰੀ ਤੋਂ ਜਵਾਬ ਨਾ ਦੇ ਜਾਵੇ। ਇਸ ਡਰ ਕਾਰਨ, ਨੌਕਰੀ ਦੇ ਚਲੇ ਜਾਣ ਦੇ ਡਰ ਕਾਰਨ ਤੇ ਭਵਿੱਖ ਵਿੱਚ ਬੇਰੁਜ਼ਗਾਰੀ ਦੇ ਡਰ ਕਾਰਨ ਉਹ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਰਦਾ ਹੈ। ਨੈਕਸਟ, ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਹਣ ਤੇ ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ? ਕਾਕੇ ਦੇ ਮਾਪਿਆਂ ਦੀ ਪ੍ਰਤੀਕਿਰਿਆ ਕੀ ਹੋਈ? ਉਹ ਤੁਹਾਨੂੰ ਲੈਸਨ ਪੜ੍ਹ ਕੇ ਕਲੀਅਰ ਹੋ ਗਿਆ ਕਿ ਪਿਤਾ ਦੀ ਪ੍ਰਤੀਕਿਰਿਆ ਕੀ ਹੈ, ਮਾਂ ਦੀ ਕੀ ਹੈ, ਸ਼ਾਨੀ ਦੀ ਕੀ ਹੈ। ਜਦੋਂ ਲੇਖਕ ਨੇ ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਹਣ ਦਾ ਯਤਨ ਕਰਨ ਲਈ ਉਹਨੂੰ ਧੁੱਸ ਕੇ ਠੁੱਡ ਮਾਰਿਆ ਤੇ ਉਸਨੂੰ ਮੋਰੀ ਵਿੱਚ ਸੁੱਟ ਦਿੱਤਾ। ਇੱਥੋਂ ਸਟਾਰਟ ਕਰਨਾ, ਕੁਲਫੀ ਖੋਹਣ ਲਈ ਠੁੱਡ ਮਾਰਿਆ ਤੇ ਉਹ ਨਾਲੀ ਵਿੱਚ ਜਾ ਕੇ ਡਿੱਗਿਆ, ਮੋਰੀ ਵਿੱਚ ਜਾ ਕੇ ਡਿੱਗਿਆ। ਕਿੱਥੇ ਡਿੱਗਿਆ? ਕੁਐਸਚਨ ਆ ਸਕਦਾ, ਸੜਕ ਤੇ ਕਿੱਥੇ ਡਿੱਗਿਆ? ਮੋਰੀ ਵਿੱਚ। ਮੋਰੀ ਮੀਨਸ ਨਾਲੀ ਵਿੱਚ ਡਿੱਗਿਆ। ਫਿਰ ਉਹ ਉੱਠਿਆ ਤੇ ਫਿਰ ਉਹਨੇ ਧੁਸਮਾ ਕੇ ਉਸਨੂੰ ਡੇਗ ਦਿੱਤਾ, ਤਾਂ ਕੁਲਫੀ ਵਾਲੇ ਨੇ ਉਸਨੂੰ ਮਾਰਨ ਲਈ ਚਪੇੜ ਚੁੱਕੀ ਹੈ। ਪਰ ਲੇਖਕ ਦੀ ਪ੍ਰਤੀਕਿਰਿਆ ਕਿਸੇ ਲੇਖਕ ਨੇ ਆਪਣੇ ਕਾਕੇ ਨੂੰ ਆ ਕੇ ਉੱਥੋਂ ਚੁੱਕ ਲਿਆ। ਫਿਰ ਜਦੋਂ ਸ਼ਾਨੀ ਘਰ ਆਪਣੇ ਮੁੰਡੇ ਨੂੰ ਕਾਕੇ ਵੱਲੋਂ ਮਾਰਨ ਤੇ ਉਲਾਂਭਾ ਲੈ ਕੇ ਆਈ ਹੈ ਤਾਂ ਕਾਕੇ ਦੀ ਮਾਂ ਉਸਨੂੰ ਮਾਰਨ ਲਈ ਅੱਗੇ ਵਧੀ ਹੈ। ਤਾਂ ਲੇਖਕ ਦੀ ਪ੍ਰਤੀਕਿਰਿਆ ਕਹਾਣੀ ਦਾ ਨੂੰ ਅੰਤ ਤੇ ਲੈ ਕੇ ਜਾਂਦੀ ਹੈ ਕਿ ਲੇਖਕ ਕੀ ਕਹਿੰਦਾ ਹੈ, ਸ਼ੁਦੈਣੇ ਤੈਨੂੰ ਕੁਝ ਵੰਡਣਾ ਚਾਹੀਦਾ ਹੈ। ਆਹ ਪ੍ਰਤੀਕਿਰਿਆ ਹੈ ਕਿ ਅੱਜ ਕਾਇਰ ਪਿਓ ਦੇ ਘਰ ਇੱਕ ਬਹਾਦਰ ਪੁੱਤਰ ਜੰਮਿਆ ਹੈ।
ਭਾਵ ਕੀ ਹੈ ਕਿ ਕਾਕੇ ਵਰਗੇ ਹੀ ਹੁਣ ਅੱਗੇ ਵਧਣਗੇ, ਆਪਣੇ ਹੱਕ ਪੈਸੇ ਵਾਲਿਆਂ ਤੋਂ ਖੋਹ ਲੈਣਗੇ। ਕਲੀਅਰ ਹੈ ਬੇਟੇ। ਹੁਣ ਕਹਾਣੀ ਦੇ ਵਿੱਚ ਕਾਕਾ ਸੁਪਨੇ ਵਿੱਚ ਕੀ ਬੁੜਬੁੜਾ ਰਿਹਾ ਹੈ। ਜਦੋਂ ਕਾਕੇ ਨੂੰ ਲੇਖਕ ਨੇ ਆਨਾ ਬਹਾਨੇ ਕਰਕੇ ਕੁਲਫੀ ਦੇਣ ਦਾ ਅਗਲੇ ਦਿਨ, ਕੁਲਫੀ ਲੈ ਕੇ ਦੇਣ ਦਾ ਅਗਲੇ ਦਿਨ ਇਕਰਾਰ ਕਰਕੇ ਸੁਆ ਦਿੱਤਾ, ਤਾਂ ਕਾਕਾ ਨੀਂਦ ਵਿੱਚ ਵੀ ਕੁਫੀ ਕੁਫੀ ਬੁੜਬੁੜਾਈ ਜਾ ਰਿਹਾ ਹੈ। ਇਸ ਦਾ ਭਾਵ ਹੈ ਕਿ ਕੁਲਫੀ ਦੀ ਜਿਹੜੀ ਉਸਦੀ ਇੱਛਾ ਪੂਰੀ ਨਹੀਂ ਹੋਈ, ਉਹ ਇੱਛਾ ਉਸਦੇ ਮਨ ਤੇ ਇੰਨੀ ਭਾਰੂ ਹੋ ਗਈ ਕਿ ਨੀਂਦ ਵਿੱਚ ਵੀ ਉਸਨੂੰ ਉਹ ਇੱਛਾ ਤੰਗ ਕਰ ਰਹੀ ਹੈ, ਤੇ ਇਹ ਉਸਦੀ ਮਾਨਸਿਕ ਅਵਸਥਾ ਦੇ ਸਿਹਤਮੰਦ ਹੋਣ ਦੀ ਨਿਸ਼ਾਨੀ ਨਹੀਂ ਹੈ। ਇਹ ਲੇਖਕ ਦੀ ਕਹਾਣੀ ਦਾ ਪੈਰਾ ਪੜਿਓ, ਇਹ ਲਾਈਨ ਆਈ ਹੈ ਕਿ ਉਹਦੇ ਮਾਨਸਿਕ ਅਵਸਥਾ ਦੇ ਸਿਹਤਮੰਦ ਹੋਣ ਦੀ ਨਿਸ਼ਾਨੀ ਨਹੀਂ ਹੈ। ਅਜਿਹੀ ਉਸਦੀ ਇੱਛਾ ਨਾ ਪੂਰੀ ਹੋਣ ਕਰਕੇ ਉਸਨੂੰ ਮਾਨਸਿਕ ਤੌਰ ਤੇ ਬਿਮਾਰ ਵੀ ਹੋ ਸਕਦਾ ਹੈ। ਇਸ ਦਾ ਭਾਵ ਇਹ ਹੈ। ਨੈਕਸਟ, ਲੇਖਕ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਮਿਹਨਤੀ ਇਨਸਾਨ, ਕਿਰਤੀ ਲੋਕ, ਮਜ਼ਦੂਰ ਲੋਕ ਜੋ ਕਿ ਹੱਡ ਭੰਨਵੀਂ ਮਿਹਨਤ ਕਰਦੇ ਹਨ, ਪਰ ਉਹਨਾਂ ਦੀ ਮਿਹਨਤ ਦਾ ਵੀ ਪੂਰਾ ਮੁੱਲ ਨਹੀਂ ਪੈਂਦਾ, ਤੇ ਉਹ ਹਮੇਸ਼ਾ ਹੀ ਮੁਸ਼ਕਲਾਂ ਵਿੱਚ ਘਿਰੇ ਰਹਿੰਦੇ ਨੇ, ਪਰੇਸ਼ਾਨੀਆਂ ਵਿੱਚ ਘਿਰੇ ਰਹਿੰਦੇ ਨੇ। ਉਹਨਾਂ ਦੀ ਆਰਥਿਕ ਸਥਿਤੀ ਹਮੇਸ਼ਾ ਮਾੜੀ ਬਣੀ ਰਹਿੰਦੀ ਹੈ, ਕਿਉਂਕਿ ਧਨ ਕੁਬੇਰ ਸਰਮਾਏਦਾਰ ਲੋਕ ਉਹਨਾਂ ਦੇ ਹੱਕ ਖੋਂਦੇ ਹਨ। ਜਦ ਤੱਕ ਜਿਹੜੇ ਗਰੀਬ ਮਿਹਨਤੀ ਲੋਕ ਨੇ ਆਪਣੇ ਹੱਕ ਖੋਹ ਨਹੀਂ ਲੈਂਦੇ, ਤਦ ਤੱਕ ਉਹਨਾਂ ਦੀਆਂ ਪਰੇਸ਼ਾਨੀਆਂ ਦੂਰ ਨਹੀਂ ਹੁੰਦੀਆਂ। ਜਿਵੇਂ ਕਿ ਇਸ ਕਹਾਣੀ ਦੇ ਵਿੱਚ ਸ਼ਾਹਾਂ ਦੇ ਮੁੰਡੇ ਤੋਂ ਕਾਕੇ ਦੁਆਰਾ ਕੁਲਫੀ ਖੋਹ ਲੈਣ ਤੇ ਅਜਿਹੀ ਸਵੈਮਾਨ ਦਲੇਰੀ ਦੀ ਭਾਵਨਾ ਜਾਗਦੀ ਦਿਖਾਈ ਗਈ ਹੈ ਕਿ ਅਜਿਹੇ ਬੱਚੇ, ਅਜਿਹੇ ਲੋਕ ਹੁਣ ਸੰਘਰਸ਼ ਕਰਕੇ ਆਪਣੇ ਹੱਕ ਪ੍ਰਾਪਤ ਕਰਨਗੇ, ਤਾਂ ਹੀ ਇਹਨਾਂ ਦੀ ਆਰਥਿਕ ਦਸ਼ਾ ਸੁਧਰ ਸਕਦੀ ਹੈ ਤੇ ਆਪਣੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਤੋਂ ਨਿਜਾਤ ਪਾ ਸਕਦੇ ਹਨ। ਡਨ ਬੇਟੇ ਕਹਾਣੀ? ਯਸ ਬੱਚੇ। ਹੁਣ ਕਹਾਣੀ ਹੋ ਗਈ, ਮੁਹਾਵਰੇ ਹੋ ਗਏ, ਹੁਣ ਘਰ ਦਾ ਪਿਆਰ ਵਾਰਤਕ ਲੇਖ ਕਰ ਲਈਏ। ਘਰ ਦਾ ਪਿਆਰ ਵਾਰਤਕ ਲੇਖ ਪ੍ਰਿੰਸੀਪਲ ਤੇਜਾ ਸਿੰਘ ਦਾ ਲਿਖਿਆ ਹੋਇਆ ਹੈ, ਜਿਸ ਵਿੱਚ ਲੇਖਕ ਨੇ ਘਰ ਦੇ ਪਿਆਰ ਦੀ ਮਹਾਨਤਾ ਦੱਸੀ ਹੈ ਕਿ ਘਰ ਉਹ ਥਾਂ ਹੈ। ਪਹਿਲੇ ਘਰ ਕੀ ਹੈ? ਘਰ ਉਹ ਥਾਂ ਹੈ ਜਿੱਥੇ ਮਨੁੱਖ ਦੀਆਂ ਸੱਧਰਾਂ ਪਲਦੀਆਂ ਨੇ, ਜਿੱਥੇ ਸਾਰੀ ਦੁਨੀਆ ਗਾਹ ਕੇ ਮੁੜ ਆਉਣ ਨੂੰ ਜੀ ਕਰਦਾ ਹੈ। ਉਹ ਲੋਕ ਬੜੇ ਬੇਭਾਗੇ ਹੁੰਦੇ ਹਨ ਜਿਨ੍ਹਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ। ਜਿਵੇਂ ਬੋਲੀ ਕਹਾਣੀ ਵਾਰਤਕ ਲੇਖ 'ਚ ਪੜ੍ਹਿਆ, ਉਹ ਲੋਕ ਵੀ ਬੜੇ ਬੇਭਾਗੇ ਨੇ ਜਿਨ੍ਹਾਂ ਨੂੰ ਬਚਪਨ ਵਿੱਚ ਮਾਂ ਤੋਂ ਜਿਹੜੇ ਨੇ ਲਫ਼ਜ਼ ਨਹੀਂ ਮਿਲੇ, ਬੋਲੀ ਨਹੀਂ ਮਿਲੀ, ਆਪਣੀ ਮਾਂ ਬੋਲੀ ਤੋਂ ਵਾਂਝੇ ਰਹਿ ਗਏ ਨੇ। ਇਸੇ ਤਰ੍ਹਾਂ ਘਰ ਦਾ ਪਿਆਰ ਜਿਹੜਾ ਹੈ ਮਿਲਣਾ ਬਹੁਤ ਜ਼ਰੂਰੀ ਹੈ। ਘਰ ਸਾਡੇ ਨਿੱਜੀ ਵਲਵਲਿਆਂ ਦਾ, ਸਾਡੀ ਸ਼ਖਸੀ ਰਹਿਣੀ ਬਹਿਣੀ ਦਾ ਕੇਂਦਰ ਹੈ। ਘਰ ਉਹ ਸਾਂਚਾ ਹੈ ਜਿੱਥੇ ਮਨੁੱਖ ਦਾ ਆਚਰਣ, ਸੁਭਾਅ ਤੇ ਆਦਤਾਂ ਬਣਦੀਆਂ ਹਨ। ਕੁਐਸਚਨ ਦੇ ਬੈਕ ਐਕਸਰਸਾਈਜ਼ ਕੁਐਸਚਨ ਦੇ ਅਕੋਰਡਿੰਗ ਦੇਖੋ ਬੇਟੇ। ਫਸਟ ਕੁਐਸਚਨ, ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ? ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਹੋਏ ਕੋਠੇ ਨੂੰ ਜਾਂ ਇਮਾਰਤ ਨੂੰ ਨਹੀਂ ਕਹਿੰਦੇ। ਘਰ ਅਜਿਹੀ ਥਾਂ ਹੈ ਜਿੱਥੇ ਬਚਪਨ ਵਿੱਚ ਮਾਂ ਭੈਣ ਦਾ ਪਿਆਰ ਮਿਲਿਆ ਹੁੰਦਾ ਹੈ, ਸਾਰਾ ਸੰਸਾਰ ਘੁੰਮ ਕੇ ਮੁੜ ਆਉਣ ਨੂੰ ਦਿਲ ਕਰਦਾ ਹੈ, ਬੁਢਾਪੇ ਵਿੱਚ ਜ਼ਿੰਦਗੀ ਬਤੀਤ ਕਰਨ ਦਾ ਸਵਾਦ ਆਉਂਦਾ ਹੈ। ਇਹ ਮਨੁੱਖ ਦੇ ਆਚਰਣ ਨਿਰਮਾਣ ਦਾ ਕੇਂਦਰ ਹੈ। ਸੈਕਿੰਡ ਕੁਐਸਚਨ, ਘਰ ਮਨੁੱਖ ਦੇ ਨਿੱਜੀ ਵਲਵਲਿਆਂ ਦਾ ਸ਼ਖਸੀ ਰਹਿਣੀ ਦਾ ਕੇਂਦਰ ਕਿਵੇਂ ਹੈ? ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖਸੀ ਰਹਿਣੀ ਬਹਿਣੀ ਦਾ ਕੇਂਦਰ ਹੈ। ਇਹ ਘਰ ਉਹ ਥਾਂ ਹੈ ਜਿੱਥੇ ਮਨੁੱਖ ਦਾ ਆਚਰਣ, ਸੁਭਾਅ ਤੇ ਆਦਤਾਂ ਬਣਦੀਆਂ ਹਨ। ਇਹ ਸਾਂਚਾ ਹੈ। ਕਲੀਅਰ ਹੈ ਬੱਚੇ? ਮਨੁੱਖ ਦੇ ਕੋਝੇ, ਸੜੀਅਲ, ਖਿਜੂ ਸੁਭਾਅ ਦਾ ਕਾਰਨ ਘਰ ਦਾ ਪਿਆਰ ਨਾ ਮਿਲਣਾ ਹੈ। ਜਿਸ ਮਨੁੱਖ ਵਿੱਚ ਪਿਆਰ, ਨਿਮਰਤਾ, ਹਮਦਰਦੀ ਦੇ ਗੁਣ ਹਨ, ਸਮਝ ਲਓ ਕਿ ਉਹ ਘਰ ਦਾ ਪਿਆਰ ਮਾਣ ਸਕਿਆ ਹੈ। ਇਹ ਹੈ ਘਰ ਨਿੱਜੀ ਵਲਵਲਿਆਂ ਤੇ ਸ਼ਖਸੀ ਰਹਿਣੀ ਬਹਿਣੀ ਦਾ ਕੇਂਦਰ। ਇਹ ਐਕਸਪਲੇਨ ਕਰੋਗੇ। ਅੱਗੇ ਇੱਕ ਬਿਰਧ ਬੀਬੀ ਦਾ ਸੁਭਾਅ ਵਰਣਨ ਕਰਨਾ ਹੈ। ਇਸ ਲੇਖ ਵਿੱਚ ਇੱਕ ਬਿਰਧ ਬੀਬੀ ਦਾ ਸੁਭਾਅ ਦੱਸਿਆ ਹੈ ਜੋ ਕਿ ਸਵੇਰੇ ਸ਼ਾਮ ਨਿਤਨੇਮ ਨਾਲ ਗੁਰਦੁਆਰੇ ਜਾਂਦੇ ਨੇ, ਪਾਠ ਕਰਦੇ ਨੇ, ਹਰ ਇੱਕ ਦਾ ਦੁੱਖ ਸੁੱਖ ਵੰਡਾਉਂਦੇ ਨੇ, ਕੋਮਲਤਾ ਤੇ ਹਮਦਰਦੀ ਵਿੱਚ ਫਿੱਸ ਪੈਂਦੇ ਹਨ। ਪਰ ਬੱਚਿਆਂ ਨਾਲ ਬੱਚੇ ਵੀ ਹੋ ਜਾਂਦੇ ਨੇ, ਪਰ
ਦੂਸਰੇ ਪਾਸੇ ਉਹਨਾਂ ਦਾ ਸੁਭਾਅ ਦੇਖੀਏ ਤਾਂ ਖਰਵਾਪਨ ਹੈ। ਹਰ ਛੋਟੀ ਛੋਟੀ ਗੱਲ ਤੇ ਖਿੱਚਦੇ ਹਨ, ਗੁੱਸੇ ਵਿੱਚ ਆ ਜਾਂਦੇ ਹਨ। ਇੰਜ ਲੱਗਦਾ ਹੈ ਕਿ ਉਹਨਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ, ਘਰ ਦੇ ਪਿਆਰ ਤੋਂ ਉਹ ਵਾਂਝੇ ਰਹਿ ਗਏ ਹਨ। ਇੱਕ ਬੇਟੇ ਮੈਨੂੰ ਯਾਦ ਆਇਆ ਕਿ ਤੁਸੀਂ ਟੈਸਟ ਦਿੱਤਾ, ਟੈਸਟ ਕੁਐਸਚਨ ਆਇਆ ਸੀ ਕਿ ਬਾਜ਼ਾਰੀ ਉਹਦੀ ਥਾਂ ਤੇ ਘਰ ਨਹੀਂ ਆਣਾ, ਘਰ ਛੱਡ ਕੇ ਨਹੀਂ ਅਸੀਂ ਗਏ, ਘਰ ਵਿੱਚ ਰਹਿੰਦੇ ਹੋਏ ਅਸੀਂ ਘਰੋਗੀ ਰਹਿਣੀ ਬਹਿਣੀ ਨੂੰ ਛੱਡ ਕੇ ਸਾਡਾ ਰਹਿਣੀ ਬਹਿਣੀ ਕਿਹੜੀ ਹੋਗੀ? ਬਾਜ਼ਾਰੀ ਹੋਗੀ। ਬਾਜ਼ਾਰੀ ਮੀਨਸ ਬਣਾਵਟੀ। ਇਹ ਕੁਐਸਚਨ ਦਾ ਆਨਸਰ ਠੀਕ ਕਰ ਲੈਣਾ। ਮੈਂ ਜਿਨ੍ਹਾਂ ਨੇ ਘਰ ਛੱਡ ਕੇ ਲਿਖਿਆ ਮੈਂ ਹਾਫ ਕ੍ਰੈਡਿਟ ਦਿੱਤਾ, ਇਸ ਕਰਕੇ ਉਹਦੀ ਥਾਂ ਤੇ ਘਰੋਗੀ ਰਹਿਣੀ ਬਹਿਣੀ ਆਣਾ ਹੈ ਵਰਡ। ਕਲੀਅਰ ਹੈ ਬੱਚੇ? ਨੈਕਸਟ, ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦੀ ਕੀ ਅਹਿਮੀਅਤ ਹੈ? ਮਹਾਨ ਵਿਅਕਤੀ ਭਾਵੇਂ ਉਹ ਸਾਡੇ ਗੁਰੂ ਸਾਹਿਬਾਨ ਹਨ, ਮਹਾਂਪੁਰਖ ਹਨ, ਉਹਨਾਂ ਦੇ ਜੀਵਨ ਵਿੱਚ ਵੀ ਘਰ ਦੇ ਪਿਆਰ ਦੀ ਬੜੀ ਮਹਾਨਤਾ ਰਹੀ ਹੈ। ਜਿਵੇਂ ਇਸ ਵਾਰਤਕ ਲੇਖ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਸਾਖੀਆਂ ਵਿੱਚੋਂ ਇੱਕ ਜਨਮ ਸਾਖੀ ਨੂੰ ਸ਼ੇਅਰ ਕੀਤਾ ਗਿਆ, ਸਾਂਝਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਸੰਸਾਰ ਫੇਰੀ ਤੋਂ ਜਦੋਂ ਆਪਣੇ ਪਿੰਡ ਪਹੁੰਚੇ ਹੈ ਤਾਂ ਖੂਹ ਦੇ ਬਾਹਰ ਹੀ ਰੁਕ ਗਏ। ਮਰਦਾਨੇ ਨੂੰ ਘਰਦਿਆਂ ਦੀ ਖਬਰਸਾਰ ਲੈਣ ਲਈ ਭੇਜਿਆ, ਪਰ ਮਾਂ ਜੀ ਮਮਤਾ ਬੁੱਝ ਗਈ ਹੈ। ਉਹ ਚੁੱਪ ਚੁਪੀਤੇ ਮਗਰ ਆਏ ਹੈ ਤੇ ਆਪਣੇ ਬੇਟੇ ਨੂੰ ਮਿਲੇ ਹੈ, ਗੁਰੂ ਨਾਨਕ ਦੇਵ ਜੀ ਨੂੰ ਮਿਲੇ ਤੇ ਉਹਨਾਂ ਤੋਂ ਵਾਰੇ ਜਾਣ ਲੱਗੇ। ਮੈਂ ਵਾਰੀ, ਮੈਂ ਪੁੱਤਰ ਤੋਂ ਵਾਰੀ, ਮੈਂ ਕਦਮਾਂ ਤੋਂ ਵਾਰੀ, ਮੈਂ ਉਹਨਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਤੋਂ ਚੱਲ ਕੇ ਆਇਆ ਹੈ। ਇਹ ਗੁਰੂ ਨਾਨਕ ਦੇ ਬੋਲਾਂ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਦਾ ਵੀ ਗਲਾ ਭਾਰਾ ਹੈ, ਉਹ ਚਰਨਾਂ ਵਿੱਚ ਡਿੱਗੇ। ਇਹ ਅਗਲਾ ਕੁਐਸਚਨ ਵੀ ਹੈ। ਤੇ ਮਹਾਂਪੁਰਖਾਂ ਦੇ ਜੀਵਨ ਵਿੱਚ ਘਰ ਦੇ ਪਿਆਰ ਦੀ ਬਹੁਤ ਮਹਾਨਤਾ ਰਹੀ ਹੈ ਕਿ ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਮਹਾਂਪੁਰਖ ਹੋਏ ਨੇ, ਉਹਨਾਂ ਨੇ ਵੀ ਆਪਣੇ ਬਚਪਨ ਵਿੱਚ ਘਰ ਦਾ ਪਿਆਰ ਮਾਨਿਆ ਹੈ, ਜਿਸ ਕਰਕੇ ਘਰ ਦੇ ਪਿਆਰ ਤੋਂ ਸਮਾਜ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਹੋਈ ਉਹਨਾਂ ਅੰਦਰ ਤੇ ਪ੍ਰਭੂ ਦੇ ਪ੍ਰਤੀ ਉਹ ਪਿਆਰ ਲਈ ਪ੍ਰੇਰਿਤ ਹੋਏ ਹਨ। ਕਲੀਅਰ ਹੈ ਬੇਟੇ? ਇਹ ਜੀਵਨ ਜਾਚ ਘਰ ਵਿੱਚ ਰਹਿ ਕੇ ਹੀ, ਘਰ ਵਿੱਚ ਭੈਣ ਭਰਾਵਾਂ ਵੱਡਿਆਂ ਤੋਂ ਹੀ ਸਿੱਖੀ ਜਾ ਸਕਦੀ ਹੈ। ਇਹੀ ਧਾਰਮਿਕ ਰੁਚੀਆਂ ਦਾ ਸਾਂਚਾ ਵੀ ਘਰ ਹੀ ਹੈ। ਸਿਰਫ ਗੁਰਦੁਆਰੇ ਜਾਣਾ, ਪਾਠ ਸੁਣਨਾ, ਕੀਰਤਨ ਸੁਣਨਾ, ਵਿਚਾਰਾਂ ਸੁਣ ਛੱਡਣੀਆਂ, ਅਰਦਾਸ ਸੁਣਨੀ ਨਹੀਂ। ਘਰ ਵਿੱਚ ਬੈਠ ਕੇ ਆਪਣੇ ਫੈਮਿਲੀ ਮੈਂਬਰ ਦੇ ਨਾਲ, ਪਰਿਵਾਰ ਦੇ ਵਿੱਚ ਬੈਠ ਕੇ ਪਾਠ ਕਰੋ, ਵਿਚਾਰ ਕਰੋ, ਤਾਂ ਹੀ ਧਾਰਮਿਕ ਰੁਚੀਆਂ ਉਤਪੰਨ ਹੁੰਦੀਆਂ ਹਨ। ਕਲੀਅਰ ਹੈ ਬੱਚੇ? ਹੁਣ ਕਰ ਲੋਗੇ ਬੱਚੇ ਕੁਐਸਚਨ ਆਨਸਰ? ਯੈਸ ਬੱਚੇ, ਕੋਈ ਡਾਊਟ ਕਿਸੇ ਨੂੰ? ਬੱਚੇ ਡਾਊਟ ਕਲੀਅਰ ਕਰ ਲਓ ਜੇ ਕਿਸੇ ਨੂੰ ਕੋਈ ਡਾਊਟ ਹੈ ਤਾਂ। ਬੱਚੇ ਨੋ ਡਾਊਟ? ਸੋ ਬੱਚੇ ਮੰਡੇ ਟਿਊਜ਼ਡੇ ਨੂੰ ਤੁਹਾਡਾ ਰਿਵੀਜ਼ਨ ਟੈਸਟ ਹੈ। ਘਰ ਦਾ ਪਿਆਰ, ਕੁਲਫੀ ਕਹਾਣੀ ਔਰ ਬੋਲੀ ਵਾਰਤਕ ਲੇਖ ਤੇ ਗ੍ਰਾਮਰ ਦੇ ਟੌਪਿਕ ਮੁਹਾਵਰੇ, ਖੱਖਾ ਪਾਕ, ਦੈਨ ਬਹੁ-ਅਰਥਕ ਸ਼ਬਦ ਔਰ ਪਿਛੇਤਰ ਚੰਗੀ ਤਰ੍ਹਾਂ ਰੀਡ ਕਰ ਲੈਣੇ ਹਨ। ਸੋ ਬੱਚੇ ਆਪਣੀ PT1 ਦੀ ਵੀ ਤਿਆਰੀ ਅੱਛੀ ਤਰ੍ਹਾਂ ਕਰਨੀ ਹੈ ਔਰ ਰਿਵੀਜ਼ਨ ਟੈਸਟ ਦੀ ਵੀ ਤਿਆਰੀ। ਔਰ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਨੋਟਬੁੱਕ ਆਪਣੀਆਂ ਕੰਪਲੀਟ ਕਰਕੇ ਸਬਮਿਟ ਕਰਵਾਉਣੀਆਂ ਹਨ। ਥੈਂਕ ਯੂ ਸੋ ਮਚ ਬੇਟੇ।